ਅੱਜ ਅਸੀਂ ਇੱਕ ਵੱਡੇ ਅੰਦੋਲਨ 'ਚ ਹਾਂ। ਇਸ ਤੋਂ ਪਹਿਲਾਂ ਮੈਂ ਇਹਦੇ ਤੇ ਕੁਝ ਕਹਾਂ। ਮੈਂ ਸਟੇਜ ਤੇ ਬੈਠੇ ਆਪਣੇ ਸਾਥੀ ਸਰ ਲక్ష్మణ ਸਿੰਘ ਹੋਰਾਂ ਨੂੰ ਕਲੀਅਰ ਕਰਨਾ ਚਾਹੁੰਦਾ। ਉਹ ਦੋ ਗੱਲਾਂ ਕਹਿ ਕੇ ਗਏ ਆ ਵੀ ਪੀਡੀਐਸ ਦੀ ਸ਼ਾਇਦ ਅਸੀਂ ਗੱਲ ਨਹੀਂ ਕਰਦੇ ਤੇ ਐਮਐਸਪੀ ਦੀ ਗੱਲ ਕਰਦੇ ਹਾਂ। ਉਹਨਾਂ ਨੂੰ ਇਹ ਭੁਲੇਖਾ ਹੈ, ਕਿਤੇ ਬਹਿ ਕੇ ਸਮਝ ਲੈਣ ਸਾਥੀਆਂ ਕੋਲੋਂ। ਅਸੀਂ ਜਦੋਂ ਐਮਐਸਪੀ ਦੀ ਗੱਲ ਕਰਦੇ ਹਾਂ ਉਹਦੇ 'ਚ ਕਈ ਗੱਲਾਂ ਅਸੀਂ ਕਹੀਆਂ ਬਹਿਸ ਦੇ ਦੌਰਾਨ। ਇਹ ਐਮਐਸਪੀ ਤਾਂ ਤੈਅ ਕਰੋ, ਪਰ ਨਾਲ ਇਹ ਵੀ ਤੈਅ ਕਰੋ ਸ਼ੁਰੂ ਕਰਨ ਵਾਸਤੇ ਜਿੱਥੇ ਤੁਸੀਂ ਕਦੇ ਦਾਣਾ ਨਹੀਂ ਖਰੀਦਿਆ ਉੱਥੇ ਘੱਟੋ ਘੱਟ 50% ਖਰੀਦ ਕਰਕੇ ਉਹ ਤੋਂ ਹਰ ਸਾਲ ਖਰੀਦ ਉਹਨਾਂ ਦੀ ਵੱਧਦੀ ਜਾਏ, ਅਤੇ ਜਿੱਥੇ ਖਰੀਦਦੇ ਹੋ ਉੱਥੇ ਪਿਛਲੇ 3 ਸਾਲਾਂ 'ਚ ਜਿਹੜਾ ਹਾਈਐਸਟ ਲੈਵਲ ਹੈ ਉਹ ਤੋਂ ਘੱਟ ਤੁਸੀਂ ਨਹੀਂ ਖਰੀਦੋਗੇ, ਸਰਕਾਰ ਖਰੀਦੇ। ਇਹ ਯਕੀਨੀ ਬਣਾਓ। ਇਹਦੇ ਨਾਲ ਪੀਡੀਐਸ ਚੱਲੇਗਾ। ਐਮਐਸਪੀ ਦੇ ਮੁੱਦੇ ਤੇ ਗੱਲ ਕਰਦੇ ਐਸੈਂਸ਼ੀਅਲ ਕੁਆਂਟੀਜ਼ ਐਕਟ ਦੇ ਦੌਰਾਨ ਅਸੀਂ ਉਹਨਾਂ ਨੂੰ ਕਿਹਾ ਵੀ ਜੋ ਤੁਸੀਂ ਸੋਧਾਂ ਕੀਤੀਆਂ ਇਹਦੇ ਨਾਲ ਤਾਂ ਤੁਸੀਂ ਖੁੱਲ੍ਹ ਦੇਤੀ ਕਾਰਪੋਰੇਟ ਹਾਊਸਿਸ ਨੂੰ, ਜਿੰਨਾ ਮਰਜ਼ੀ ਸਟੋਰ ਕਰੀ ਜਾਣ, ਉਹਨਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ। ਤੁਸੀਂ ਤਾਂ ਗਰੀਬ ਦੀ ਰੋਟੀ ਅਮੀਰ ਦੇ ਤਿਜੋਰੀ 'ਚ ਬੰਦ ਕਰ ਦਿੱਤੀ। ਤਾਂ ਗੱਲ ਇਹ ਨਹੀਂ, ਅਸੀਂ ਸਮੁੱਚੇ ਸਮਾਜ ਦੀ ਗੱਲ ਕਰਦੇ ਹਾਂ ਉੱਥੇ ਬੈਠੇ ਅੰਦੋਲਨ 'ਚ। ਇਹ ਅੰਦੋਲਨ ਅੱਜ ਨਹੀਂ ਛਿੜਿਆ। ਜੇ ਪੰਜਾਬ ਮੋਹਰੀ ਹੈ ਇਹਦਾ ਕਾਰਨ ਇਹ ਹੈ ਜਥੇਬੰਦੀਆਂ ਬਣਾਉਣ ਵਿੱਚ ਵੀ ਸਾਰੇ ਦੇਸ਼ ਵਿੱਚ ਪੰਜਾਬ ਮੋਹਰੀ ਹੈ। ਸਭ ਤੋਂ ਪਹਿਲਾਂ ਮੈਂ ਆਪਣੀ ਗੱਲ ਕਰਾਂ 1971 ਵਿੱਚ ਇਸ ਪਾਸੇ ਕੰਮ ਸ਼ੁਰੂ ਕਰ ਦਿੱਤਾ ਸੀ। ਮੈਂ ਆਪਣੀ ਜ਼ਿੰਦਗੀ ਦੇ 51 ਸਾਲ ਇਸ ਕਿਸਾਨ ਅੰਦੋਲਨ ਚਲਾਏ ਨੇ ਔਰ ਬਹੁਤ ਕੁਝ ਸਾਰੀ ਜ਼ਿੰਦਗੀ 'ਚ ਸਿੱਖਿਆ। ਜਦੋਂ ਇਹ ਕਾਨੂੰਨ ਜਾਰੀ ਹੋਏ ਨੇ, ਜਦੋਂ ਆਰਡੀਨੈਂਸ ਹੋਏ ਨੇ, ਇਹ ਤੋਂ ਵੀ ਪਹਿਲਾਂ 2017 ਦੀ ਉਹ ਮੀਟਿੰਗ 10 ਅਕਤੂਬਰ 2017 ਦੀ ਮੈਨੂੰ ਨਹੀਂ ਭੁੱਲਦੀ, ਜਿਹਦੇ ਵਿੱਚ ਪੰਜਾਬ 'ਚੋਂ ਮੈਂ ਇਕੱਲਾ ਸੀ, ਇੱਕ ਸੱਜਣ ਰਾਜਸਥਾਨ 'ਚੋਂ ਸੀ, ਇੱਕ ਮਹਾਰਾਸ਼ਟਰ ਤੋਂ ਸੀ, ਜਿਨ੍ਹਾਂ ਦੀ ਹਾਜ਼ਰੀ 'ਚ ਇਹ ਚਰਚਾ ਕੀਤੀ ਗਈ ਨੀਤੀ ਆਯੋਗ ਦੇ ਦਫ਼ਤਰ 'ਚ ਭਈ ਖੇਤੀ 'ਚ ਖੜੋਤ ਆ ਗਈ, ਇਹਨੂੰ ਕਿਵੇਂ ਦਰੁਸਤ ਕੀਤਾ ਜਾਏ। ਇਸ ਵਿਸ਼ੇ 'ਤੇ ਚਰਚਾ ਸੀ। ਸਾਰੀ ਗਿਣੀ ਮਿਥੀ ਖੇਡ ਸੀ। ਉੱਥੇ ਕਾਰਪੋਰੇਟ ਹਾਊਸਿਸ ਦੇ CEO ਸੀ, ਸਾਡੇ ਅਰਥ ਸ਼ਾਸਤਰੀ ਸੀ, ਬਿਊਰੋਕਰੇਟ ਸੀ, ਕਿਸਾਨਾਂ ਵੱਲੋਂ ਅਸੀਂ 3 ਸੀ। ਉੱਥੇ ਸ਼ੁਰੂਆਤ ਹੀ ਇੱਥੋਂ ਹੋਈ ਵੀ ਖੇਤੀ 'ਚ ਇਨਵੈਸਟਮੈਂਟ ਚਾਹੀਦੀ ਹੈ ਜੇ ਗਰੋਥ ਰੇਟ ਠੀਕ ਕਰਨਾ। ਤਾਂ ਇਨਵੈਸਟਮੈਂਟ ਕਿਸਾਨਾਂ ਦੇ ਪੱਲੇ ਹੈ ਨਹੀਂ। ਇਹ ਤਾਂ ਕਰਜ਼ੇ ਦੇ ਜਾਲ 'ਚ ਫਸੇ ਨੇ, ਖੁਦਕੁਸ਼ੀਆਂ ਕਰ ਰਹੇ ਨੇ। ਰਿਕੁਐਸਟ ਕਰੋ ਕਾਰਪੋਰੇਟ ਹਾਊਸਿਸ ਨੂੰ ਵੀ ਉਹ ਖੇਤੀ 'ਚ ਇਨਵੈਸਟਮੈਂਟ ਕਰਨ। ਤੜਕ ਅਗਲਾ ਬੁਲਾਰਾ ਇੱਕ ਕਾਰਪੋਰੇਟ ਹਾਊਸ ਦਾ CEO ਸੀ। ਉਹਨੇ ਕਿਹਾ ਵੀ ਆਰ ਰੈਡੀ ਟੂ ਇਨਵੈਸਟ, ਪਰ ਸਾਡੀ ਇੱਕ ਸ਼ਰਤ ਹੈ। ਸ਼ਰਤ ਇਹ ਹੈ ਸਾਨੂੰ 5-5, 7-7 ਹਜ਼ਾਰ ਏਕੜ ਦੇ ਕਲਸਟਰ ਬਣਾ ਕੇ ਦੇ ਦਿੱਤੇ ਜਾਣ। ਠੇਕਾ ਜ਼ਮੀਨ ਦਾ ਸਰਕਾਰ ਤੈਅ ਕਰ ਦੇ, ਅਸੀਂ ਖਜ਼ਾਨੇ 'ਚ ਜਮ੍ਹਾਂ ਕਰਾ ਦਾਂਗੇ। 50 ਸਾਲਾ ਲੀਜ਼ 'ਤੇ ਜ਼ਮੀਨ ਉਹ ਸਾਨੂੰ ਦੇ ਦਿਓ, ਅਸੀਂ ਆਪਣੇ ਢੰਗ ਨਾਲ ਖੇਤੀ ਕਰਾਵਾਂਗੇ। ਜ਼ਮੀਨ ਦਾ ਮਾਲਕ ਸਾਡੇ ਕੰਮ 'ਚ ਦਖਲ ਨਹੀਂ ਦਊ, ਅਤੇ ਜੇ ਕੰਮ ਕਰਨਾ ਹੈ ਤਾਂ ਬਤੌਰ ਮਜ਼ਦੂਰ ਉੱਥੇ ਕੰਮ ਕਰ ਲਿਓ। ਉਹਨਾਂ ਦੀ ਨੀਅਤ ਉਦੋਂ ਹੀ ਸਾਫ਼ ਹੋ ਗਈ। ਖੈਰ ਅਸੀਂ ਲੜ ਲੁੜ ਕੇ ਆ ਗਏ ਵਾਪਸ, ਉਹ ਲੰਬੀ ਕਹਾਣੀ ਹੈ। ਪਰ ਉਹ ਤੋਂ ਬਾਅਦ ਮੈਂ ਇਹਨੂੰ ਸਮਝਣਾ ਸ਼ੁਰੂ ਕੀਤਾ ਸਰਕਾਰ ਕਰਨਾ ਕੀ ਚਾਹੁੰਦੀ ਆ। ਬੈਠੇ ਨੇ ਮੇਰੇ ਪੁਰਾਣੇ ਮਿੱਤਰ ਦਵਿੰਦਰ ਸ਼ਰਮਾ, ਸੁੱਚਾ ਸਿੰਘ ਗਿੱਲ, ਇੱਥੇ ਘੁੰਮਣ ਸਾਹਿਬ ਬੈਠੇ ਨੇ। ਮੇਰਾ ਇਹਨਾਂ ਕੋਲ ਐਵੇਂ ਗਾਹੇ ਵਗਾਹੇ ਜਾਣਾ ਆਉਣਾ ਰਿਹਾ। ਮੈਂ ਇਹਨਾਂ ਕੋਲੋਂ ਬਹੁਤ ਕੁਝ ਸਿੱਖਦਾ ਰਿਹਾ। ਸਹੀ ਮਾਨਿਆਂ 'ਚ ਮੇਰੇ ਟੀਚਰ ਨੇ, ਬਹੁਤ ਕੁਝ ਦੱਸਦੇ ਰਹੇ। ਉਹਦੇ ਵਿੱਚੋਂ ਫਿਰ ਕੁਝ ਰਿਪੋਰਟਸ ਪੜ੍ਹੀਆਂ, ਸਮਝ ਆ ਗਈ ਵੀ ਹੁਣ ਇਹ ਕੁਝ ਕਰਨਗੇ। ਫਿਰ ਭਾਈਚਾਰਾ ਇਕੱਠਾ ਹੋਇਆ। 32 ਜਥੇਬੰਦੀਆਂ ਸੀ। ਆਮ ਕਿਹਾ ਜਾਂਦਾ ਸੀ ਵੀ ਬੱਲਾ ਬੱਲਾ ਇੰਨੀਆਂ ਜਥੇਬੰਦੀਆਂ ਹੋ ਗਈਆਂ, ਹੁਣ ਨਹੀਂ ਕੁਛ ਹੋਣਾ, ਹੁਣ ਨਹੀਂ ਕੋਈ ਲੜ ਸਕਦਾ। ਤਾਂ ਫਿਰ ਇਹ ਉਲਾਂਭਾ ਲਾਉਣ ਵਾਸਤੇ ਸਾਰੇ ਇਕੱਠੇ ਹੋਏ। ਇਕੱਠੇ ਹੋ ਕੇ ਅੰਦੋਲਨ ਦੀ ਰੂਪਰੇਖਾ ਤਿਆਰ ਕੀਤੀ। 2 ਮਹੀਨੇ ਇੱਥੇ ਰੇਲਵੇ ਲਾਈਨਾਂ 'ਤੇ ਬੈਠੇ ਰਹੇ।
ਉਹਦੇ ਬਾਅਦ ਦਿੱਲੀ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ, ਜਿੱਥੇ 11 ਮਹੀਨੇ ਤੋਂ ਬੈਠੇ ਹਾਂ। ਅੰਦੋਲਨ ਕਰਦੇ ਹੋ ਤਾਂ ਸਰਕਾਰ ਦੀ ਡਿਊਟੀ ਹੁੰਦੀ ਹੈ, ਉਹਨੇ ਪੁੱਛਣਾ ਹੁੰਦਾ ਵੀ ਤੁਹਾਡੀ ਮੰਗ ਕੀ ਹੈ, ਇਹਦੇ 'ਤੇ ਤੁਹਾਡਾ ਲੌਜਿਕ ਕੀ ਹੈ। ਮੈਂ ਤੁਹਾਨੂੰ ਇਹ ਕਹਿ ਸਕਦਾ, ਠੋਕ ਵਜਾ ਕੇ ਕਹਿ ਸਕਦਾ ਵੀ ਅਸੀਂ ਆਪਣਾ ਕੇਸ 100% ਠੀਕ ਸਿੱਧ ਕਰਨ ਵਿੱਚ ਕਾਮਯਾਬ ਹੋਏ। ਸਰਕਾਰ ਵਾਲਿਆਂ ਕੋਲ ਸਾਡੀ ਕਿਸੇ ਵੀ ਗੱਲ ਦਾ ਕੋਈ ਜਵਾਬ ਨਹੀਂ ਸੀ ਹੁੰਦਾ। ਮੇਰੇ ਤੋਂ ਪਹਿਲਾਂ ਮੇਰੇ ਇੱਕ ਸਾਥੀ ਸ਼ਾਇਦ ਪੰਨੂ ਸਾਹਿਬ ਕਹਿ ਕੇ ਗਏ ਵੀ ਜਦੋਂ ਕਿਤੇ ਅੜਾਉਣੀ ਫਸ ਜਾਂਦੀ ਸੀ, ਉਹ ਇਹ ਕਹਿ ਕੇ ਚਲੋ ਤੁਸੀਂ ਵੀ ਚਾਹ ਪੀ ਲਓ, ਅਸੀਂ ਵੀ ਚਾਹ ਪੀ ਲੈਂਦੇ ਹਾਂ, ਆਪਣੇ ਆਕਾ ਨੂੰ ਪੁੱਛਣ ਚਲੇ ਜਾਂਦੇ ਸੀ। ਔਰ ਇਹ ਵੀ ਅਸਲੀਅਤ ਹੈ। ਅੰਦੋਲਨ ਇਸ ਕਰਕੇ ਵੀ ਫਸਿਆ ਹੈ, ਕੇਂਦਰ ਦੀ ਸਰਕਾਰ ਵਿੱਚ 2 ਆਦਮੀਆਂ ਤੋਂ ਬਿਨਾਂ ਤੀਜੇ ਆਦਮੀ ਦੇ ਪੱਲੇ ਕੱਖ ਨਹੀਂ। ਕਹਿਣ ਨੂੰ ਮੰਤਰੀ ਨੇ, ਸੰਤਰੀ ਨੇ, ਕਿਸੇ ਦੇ ਕੋਲ ਕੁਝ ਨਹੀਂ। ਅਮਿਤ ਸ਼ਾਹ ਤੇ ਮੋਦੀ ਜੀ ਸਰਬੋ ਸਰਬਾ ਉਹੀ ਨੇ। ਜਿੱਦਣ ਉਹਨਾਂ ਦਾ ਮਨ ਹੋਇਆ ਉਦਣ ਫੈਸਲਾ ਹੋ ਜਾਓ। ਇਸ ਵੇਲੇ ਤੱਕ ਅਸੀਂ ਆਪਣਾ ਸਾਰਾ ਕੇਸ ਸਾਬਤ ਕਰ ਚੁੱਕੇ, ਔਰ ਉਹ ਮੰਨਦੇ ਹੈ ਵੀ ਤੁਸੀਂ ਠੀਕ ਕਹਿੰਦੇ ਹੋ, ਇਹ ਕਾਨੂੰਨ ਗਲਤ ਬਣੇ ਹੈ। ਇੱਕ ਮੋਟੀ ਜੀ ਗੱਲ ਮੈਨੂੰ ਕਈ ਵਾਰੀ ਕਸ਼ਟ ਵੀ ਹੁੰਦਾ ਹੈ, ਸਾਡੇ ਪੰਜਾਬ ਦੇ ਲੋਕਾਂ ਨੇ ਤਾਂ ਬਹੁਤ ਅੰਦੋਲਨ ਲੜੇ। ਅਨੰਦਪੁਰ ਦਾ ਮਤਾ, ਵੱਧ ਅਧਿਕਾਰਾਂ ਦੀ ਗੱਲ, ਇਹ ਗੱਲਾਂ ਕਰਨ ਵਾਲੇ ਅੱਜ ਸਾਨੂੰ ਲੱਭਦੇ ਨਹੀਂ। ਉਹ ਇਹਦੇ ਵਿੱਚ ਭਾਗੀਦਾਰ ਨੇ, ਇਹ ਕਾਨੂੰਨ ਬਣਾਉਣ 'ਚ ਭਾਗੀਦਾਰ ਨੇ। ਅੱਜ ਸਾਡੇ ਕਨਸਟੀਟਿਊਸ਼ਨ ਤਾਂ ਬੜਾ ਸਾਫ਼ ਲਿਖਿਆ ਵੀ ਖੇਤੀ ਰਾਜਾਂ ਦਾ ਵਿਸ਼ਾ ਹੈ, ਖੇਤੀ ਦੀ ਮਾਰਕੀਟਿੰਗ ਵੀ ਰਾਜਾਂ ਦਾ ਵਿਸ਼ਾ ਹੈ। ਉਹ ਕਹਿੰਦੇ ਨੇ ਅਸੀਂ ਕੰਕਰੈਂਟ ਲਿਸਟ 'ਚੋਂ 33 ਨੰਬਰ ਆਈਟਮ ਲਈ ਹੈ ਜਿਹੜੀ ਫੂਡ ਸਟੱਫ ਬਾਰੇ ਹੈ। ਅਸੀਂ ਫੂਡ ਗ੍ਰੇਨ ਪੈਦਾ ਕਰਦੇ ਹਾਂ, ਫੂਡ ਸਟੱਫ ਨਹੀਂ। ਝੋਨਾ ਪੈਦਾ ਕਰਦੇ ਹਾਂ, ਸਿੱਧੇ ਚੌਲ ਨਹੀਂ। ਅਸੀਂ ਕਣਕ ਪੈਦਾ ਕਰਦੇ ਹਾਂ, ਆਟਾ ਨਹੀਂ। ਤਾਂ ਇਸ ਕਰਕੇ ਉਹਨਾਂ ਨੂੰ ਅਧਿਕਾਰ ਹੀ ਨਹੀਂ ਸੀ ਇਹਦੇ ਵਿੱਚ ਦਖਲ ਦੇਣ ਦਾ, ਇਹ ਕਾਨੂੰਨ ਬਣਾਉਣ ਦਾ ਅਧਿਕਾਰ ਨਹੀਂ ਸੀ। ਤੇ ਅਸੀਂ ਤਾਂ ਅੰਦੋਲਨ ਲੜ ਰਹੇ ਹਾਂ। ਦੂਜੇ ਪਾਸੇ ਕੀ ਹੈ, ਭਾਵੇਂ ਕੁਝ ਕਹੀ ਜਾਣ, ਮੈਂ 2 ਦਿਨ ਮੀਟਿੰਗਾਂ ਕਰਕੇ ਸਰ ਸੁਖਬੀਰ ਸਿੰਘ ਬਾਦਲ ਮੈਨੂੰ ਬੁਲਾ ਕੇ ਸਮਝਦੇ ਰਹੇ। ਤੇ ਜਦੋਂ ਮੈਂ ਇੱਕ ਵਾਰੀ ਉੱਠਣ ਲੱਗਾ, ਮੈਨੂੰ ਕਹਿੰਦੇ ਸਾਨੂੰ ਤਾਂ ਕੋਈ ਦੱਸਿਆ ਨਹੀਂ। ਮੈਂ ਕਿਹਾ ਜੀ ਤੁਸੀਂ ਸਮਝੇ ਹੋਏ, ਹੁਣ ਤੁਹਾਨੂੰ ਹੋਰ ਕੀ ਦੱਸਣਾ, ਅਸੀਂ ਕੀ ਕਰੀਏ। ਮੈਂ ਕਿਹਾ ਯਾਰ ਲੋਕਾਂ ਨੂੰ ਰੱਖ ਲਓ ਜਾਂ ਕੁਰਸੀ ਨੂੰ ਰੱਖ ਲਓ। ਉਹ ਤੋਂ ਬਾਅਦ ਬੀਬਾ ਹਰਸਿਮਰਤ ਨੇ ਅਸਤੀਫਾ ਦਿੱਤਾ। ਦੂਜੀ ਵਾਰੀ ਫੇਰ ਮਿਲੇ, ਫਿਰ ਜਦੋਂ ਮੈਂ ਤੁਰਨ ਲੱਗਿਆ ਕਹਿੰਦੇ ਹੁਣ ਅਸੀਂ ਕੀ ਕਰੀਏ। ਮੈਂ ਕਿਹਾ NDA 'ਚੋਂ ਬਾਹਰ ਆ ਜਾਓ। ਤਾਂ NDA 'ਚੋਂ ਬਾਹਰ ਆਏ। ਹੁਣ ਉਹ ਕਹਿੰਦੇ ਨੇ ਵੀ ਅਸੀਂ ਤਾਂ ਵਿਰੋਧ ਕੀਤਾ। ਤੁਸੀਂ ਸਾਰੇ ਪੜ੍ਹੇ ਲਿਖੇ ਬੈਠੇ ਹੋ, ਇੱਕ ਪ੍ਰੋਸੈਸ ਹੈ, ਉਹਨੂੰ ਤਾਂ ਕੋਈ ਉਹਦੀ ਉਲੰਘਣਾ ਤਾਂ ਕਰ ਨਹੀਂ ਸਕਦਾ। ਜਦੋਂ ਕੋਈ ਕਾਨੂੰਨ ਬਣਦਾ ਹੈ ਜਾਂ ਕੈਬਨਿਟ ਦੀ ਮੀਟਿੰਗ 'ਚ ਕੋਈ ਏਜੰਡਾ ਆਉਂਦਾ ਹੈ, ਹਫ਼ਤਾ ਪਹਿਲਾਂ ਉਹ ਕਾਗਜ਼ ਸਾਰੇ ਸੰਬੰਧਿਤ ਮੰਤਰੀਆਂ ਦੇ, ਅਧਿਕਾਰੀਆਂ ਦੇ ਘਰਾਂ ਚਲੇ ਜਾਂਦੇ ਨੇ ਵੀ ਤਿਆਰ ਹੋ ਕੇ ਆਇਓ, ਆਹ ਮੀਟਿੰਗ 'ਚ ਡਿਸਕਸ ਕਰਨਾ ਹੈ। ਤੇ ਬੀਬਾ ਹਰਸਿਮਰਤ ਕੋਲ ਨਹੀਂ ਗਏ ਉਹਨੇ ਕਾਗਜ਼, ਉਹ ਤਾਂ ਕੈਬਨਿਟ ਮਿਨਿਸਟਰ ਸੀ। ਤੇ ਜਿੱਦਣ ਉਹ ਆਰਡੀਨੈਂਸ ਪਾਸ ਹੋਇਆ ਕੈਬਨਿਟ 'ਚ, ਜੇ ਉਹਨਾਂ ਨੇ ਵਿਰੋਧ ਕੀਤਾ ਹੈ ਤਾਂ ਦਿਖਾ ਦੇਣ ਲੋਕਾਂ ਨੂੰ, ਉਹ ਤਾਂ ਦਰਜ ਕੀਤਾ ਹੋਊਗਾ, ਉੱਤੇ ਤਾਂ ਸਾਰੀ ਰਿਕਾਰਡਿੰਗ ਹੁੰਦੀ ਹੈ। ਕਿਉਂ ਐਵੇਂ ਭੁਲੇਖੇ 'ਚ ਰੱਖਿਆ ਲੋਕਾਂ ਨੂੰ, ਆਪਣੇ 'ਤੇ ਇਲਜ਼ਾਮ ਲਾਈ ਫਿਰਦੇ ਹੈ। ਤੇ ਦੱਸ ਦੇਣ ਵੀ ਆਹ ਦੇਖੋ ਭਾਈ, ਆਹ ਕਾਗਜ਼ ਬੋਲਦਾ ਬੀਬਾ ਹਰਸਿਮਰਤ ਉੱਥੇ ਇਹਦੇ ਵਿਰੋਧ 'ਚ ਬੋਲੀ। ਔਰ ਕਿੰਨੀ ਦੇਰ ਤਾਂ ਸਾਰਾ ਟੱਬਰ ਇਹਨਾਂ ਕਾਨੂੰਨਾਂ ਦੀ ਵਕਾਲਤ ਕਰਦਾ ਰਿਹਾ। ਤੇ ਫਿਰ ਵੱਧ ਅਧਿਕਾਰਾਂ ਦਾ, ਅਨੰਦਪੁਰ ਸਾਹਿਬ ਮਤੇ ਦਾ, ਇੱਦਾਂ ਦੀਆਂ ਗੱਲਾਂ ਕਰਕੇ ਲੋਕਾਂ ਦਾ ਉਹਨਾਂ ਅੰਦੋਲਨਾਂ 'ਚ ਜ਼ੋਰ ਲਾਉਣ ਦਾ ਕੀ ਮਾਨੇ ਸੀ। ਅੱਜ ਸਰਕਾਰ ਸਾਫ਼ ਸਾਨੂੰ ਕਹਿੰਦੀ ਹੈ, ਇੱਕ बार नहीं कई बारी, कोई ऐसा तरीका बताओ जिससे हमारी इज्जत बच जाए, आपका काम बन जाए। तो मैं होम मिनिस्टर ने कहा, भाई जी ऐसी केड़ी मुश्किल है, हमने बहुत से सुधार किए हैं, बहुत से लेबर लॉज नए बनाए हैं, तो अगर आपके कानून वापस ले लेंगे उसकी तो हमें कोई दिक्कत नहीं, तो फिर कल को लेबर वाले आके बैठ जाएंगे।
तो मैं क्या जी इन्ने पाप किए है, एक बारी गंगा नहा लो। मीटिंग छड़ के भज गए। हुण साडा की कसूर है? एक पासे साडी गलती नाल बनी हुई सरकार है, असीं वोटां पातियां, सरकार बनाती। साडा संविधान कहता है गवर्नमेंट ऑफ द पीपल, बाय द पीपल, फॉर द पीपल। हो हुण ये गया गवर्नमेंट ऑफ द कॉरपोरेट, बाय द पीपल, फॉर द कॉरपोरेट। असीं गलती कर ली, वोटां पातियां, सरकार बन गई। हुण वो कहंदे तुसीं साडे हत्थ 'च डंडा फड़ाया, डंडे नाल कुट्टांगे। लोग कौन हुंदे सानूं रोकण वाले? असीं दो आदमियों ने सौदा कर लिया, सब कुछ कॉरपोरेट के हवाले करना है, तो तुसीं कौन हो सवाल उठाउण वाले? ये सज़ा भुगत रहे हैं, चुणन की सरकार बनाउण की सज़ा भुगत रहे हैं। वो राज हट 'च फसे है। वो कहंदे साडी बेइज्जती है, अपने ही लोगों के नाल न्याय करने वास्ते सरकार बेइज्जती महसूस करती है। साडी एक होर समस्या है, साडे देश दीयां बहुत सारिया इंस्टीट्यूशनस ने जिन्हां ते लोगों का हमेशा विश्वास रहा है। अज सानूं सुप्रीम कोर्ट कहंदी उठो, असीं पटीशनर नहीं, उन्हां दे एक सज्जन ने पटीशन पाई है, सानूं धक्के नाल उहदे च शामिल किया जा रहा है। असीं पार्टी बने नहीं, पर सुप्रीम कोर्ट कहती इन्हों पार्टी बनाओ। वो सानू उठाने वाले जजां नूं उस वेले पता नहीं की हो गया, जदों कॉन्स्टिट्यूशन की वायलेशन हुई उन्होंने सूओ मोटो नोटिस लैके क्यों ना रद्द किए कानून? क्यों ना रद्द किए? इस एजीटेशन की लोड़ की सी? जे साडी सुप्रीम कोर्ट ने अपनी जिम्मेवारी निभाई होंदी तां। सुप्रीम कोर्ट बुरी तरह फेल हुई क्योंकि इस सरकार ने साडियां नामवर जिन्हां ते माण करया करदे सी उन्हां सारियां इंस्टीट्यूशनस का पट्ठा बिठाता। सब तो उत्ते सुप्रीम कोर्ट है, सुप्रीम कोर्ट का पट्ठा बिठाता है, तो बिना बाकी सारे देश विच इस तरह के फैसले ले जा रहे हैं जिहदे नाल मैनूं लगदा है बहुत समा नहीं लगना, ये अंदोलन भावें फैसला हो जाए, अनारकी फैल जाएगी। तुसी सरकार हो, असी अपने नुमाइंदे चुन के भेजते हैं पार्लीमेंट ते असैंबली च। उन्हां दा मुढ़ला काम यह हुंदा है भी अपने लोगों लई इहो जे कानून बनाओ, इहो जिहियां नीतियां बनाओ जिहदे नाल लोकां नूं सुख नाल जिंदगी जिउण दा मौका मिल जाए, तरक्की करन। मैनूं अज अफसोस ना कहना पैंदा जदों मैं वाच करदा, देखदा, कोखदा साडी पंजाब असैंबली के MLA अज भी इहनूं कोखण नूं तैयार नहीं, आउंदा ही कख नहीं, कानूनां दी समझ है नहीं भी की कानून बने। मैनूं बुला के पार्टियां कहण भी साडा ग्रुप बैठा MLA दा, इहनूं दस के जाए इन्हां दे विच की है। जिवें उगराह साहब ने कह पढ़े तो मैं भी बहुता नहीं, पर मैनूं उन्हां नूं पढ़ाउण जाना पैंदा है। तो जे इहो ਜਿਹੇ लोग असीं चुन के भेजते ਜਿਹੜੇ सवेर ते शाम ते लोगों ਦੀਆਂ मुश्किलों ते लोगों की नब्ज़ ते हथ रखण की बजाय ये सोचण भी माइनिंग च पैसे बहुत ने, शराब के ठेकिਆਂ च पैसे बहुत ने। पिछले दिन ही ना असीं एक उत्ते लोगों नूं अंदोलन विच एंगेज रखना हर वेले बहुत जरूरी होंदा है। नहीं वेला दिमाग शैतान दा चरखा, ये कुछ ना कुछ पुट्ठा सीधा सोचता रहिंदा है। तो लोगों नूं असीं कदे कोई मनोरंजन का प्रोग्राम दे दिंदे, असीं एक इंटरनेशनल लैवल का कबड्डी टूरनामेंट कराया। वो कबड्डी टूरनामेंट एक किसी NRI ने 5 लाख रुपए का प्राइज़ दिता, फस्ट प्राइज़, एक सैकंड प्राइज़ किसी ने 3 लाख का दिता। वो जिन्हों ने देना सी, जिन्हों के हत्थीं देना सी, वो मेरे को आ गए भी असीं प्रधान जी तुहाडे हत्थों इनाम दिवाउणा है। असीं बैठे रहे, घंटा गल्लां करते रहे। एक मैनूं विचों कहंदा भी प्रधान जी तुहानूं एक गल दसणी है, बहुत रौला पैंदा माइनिंग का। मैं माइनिंग नाल जुड़िया होया बंदा, मैं रोपड़ जिले का। कहंदा रोपड़ जिले च माइनिंग तो जिहड़ी हुंदी आ अलग, 2000 ट्रक उपरों पहाड़ तो रोज़ आउंदा हेठां, ਉਹਦੇ 'ਚ छोटे छोटे गोल गोल जे पत्थर है जो कुछ आउंदा है। कहंदा ਉਹ 8000 रुपया फी ट्रक गुंडा टैक्स लेंदे ने।
मैं 1 करोड़ 60 लाख रुपया गुंडा टैक्स रोज़ का एक जिले च। आ तो सोच आ गई साडे MLA के मन च ये रहिंदा भी माइनिंग बहुत वधिया तरीका लुट लो, कुदरत ने बख्शिया पंजाब नूं, ये पंजाब के लोगों ते नहीं खर्च होना चाहिए, मेरे घर होना चाहिए। साडे MLA नूं ये फिक्र है भी शराब के किन्ने ठेके ने मेरे को किन्ने बसां दे रूट ने, लोगों की तो चिंता ही कोई नहीं। यही हाल तुहाडे MPs दा, तुहाडे MP उत्थे की है जी, हर एक पार्टी ने हुण बुली रखे हुए, एक बंदा इशारा करता है जो ते बाकी तो होए 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 आ करते हैं। पार्लीमेंट च कुछ नहीं हुंदा, असीं उन्हां नूं यही दस्सण लई अपनी पार्लीमेंट चलाई, पार्लीमेंट चलाई, दस्सिया पार्लीमेंट च मुद्दों ते बहस करके आम लोगों ने, इत्थे तुहाडे भी मैडम गए सी उत्थे शामिल ਉਹਦੇ ਵਿੱਚ होण च, हर रोज़ नਵੇਂ मुद्दे हुंदे सी, उन्हां ते 200 साथी साढ़े जाते सी जिन्हां नूं असीं अपने MP कहंदे सी। हर रोज़ बहस हुंदी सी, सारी दुनिया च रिपोर्ट हुंदी सी, साडे पार्लीमेंट विच होए हुंदी सी। जे इन्ने गंभीर लोगों नूं चुन के भेजोगे तो फिर यह जे 3 निकाहां नूं 30 कानून आउणगे। अज साडी चिंता ये नहीं 3 कानूनां दी नहीं, ये तां असीं खत्म करवा लांगे, ये तो अगे की। इत्थे कह रहे सी उगराहां साहब यूनीवर्सिटी का जिक्र कर रहे सी, साडे कोल एजुकेशन लई पैसा नहीं, जबकि संविधान अनुसार एजुकेशन हैल्थ एग्रीकल्चर तिन्ने स्टेट सबजैक्ट ने। सूबे की सरकार की मुढ़ली ड्यूटी है भी इत्थे दे लोग पढ़े लिखे ज्ञानवान रिश्ट पुष्ट मनुख होण, ये सरकार की ड्यूटी है। सेहतमंद मनुख होण, सरकार की ड्यूटी है इदां दे मनुख पैदा करना, इदां दे मनुख होण जिहड़े आपो अपने काम में निपुण होण, इदां दे हालात पैदा करना। कर रही है सरकार, सेंटर वाले तो लगे ही है, पंजाब वाले ने इत्थे किन्नियां बड़ा पिछली मिनिस्ट्री वाले बड़ा चाह नाल कहंदे सी इन्नियां यूनीवर्सिटियां बनातियां। एक यूनीवर्सिटी का मालक साडा ही मुंडा है, वो 3rd क्लास ग्रैजुएट है, यूनीवर्सिटी बड़ी वड्डी है, वो बहुत वड्डी यूनीवर्सिटी है, तो सारे सेंटर के मंत्री दुनिया भर के अंबैसडर वो उत्थे नूं चले आउंदे ने, तो वो फिर की प्रोड्यूस करूगा जी। जे क्वालिटी एजुकेशन दे के साडे अच्छे बच्चे चंगे शहरी नहीं बनाने तो फिर नकल करके पास होणगे। मेरी जिंदगी च मेरे रोल मॉडल भगत पूरन सिंह ने, वो मेरे पिंड दे सी, मैं बचपन तो उन्होंने नाल रहा, मैं उन्होंने नां ते एक स्कूल चलाउणा पिंड विच, कदे सरकार तो तेला नहीं लिया, और एक मालवा कॉलेज समराले उहदा भी मैं प्रेजिडेंट हाँ। जिहड़ी इत्थे गल हो रही सी, मैं बैठा हूँ मैं दफ्तर च, मेरे वाहिगुरू ने मेहर कीती, जे मेरे हुंदे कोई गरीब बच्चा फीस नहीं दे हुंदी आ गया, मैं जो मर्जी करा किसी नूं कहां उहदी फीस किसी कोल जमा करवा के बच्चे नूं मुड़न नहीं दिंदा। मेरे कॉलेज एक बच्ची इहो जिहे हालात च बच्चे पढ़ते हैं, कंबनी छिड़दी है। एक बच्ची किसी प्रोग्राम की तैयारी कर रही सी, फंक्शन सी, कंपीटिशन सी यूनीवर्सिटी का, गिद्धे की तैयारी करते करते बेहोश होकर डिग पई। उन्होंने जिहड़े स्टाफ के प्रोफैसर सी उन्होंने पूछा भी बेटा की होया, ते जिहड़ी इंचार्ज सी प्रोफैसर उन्हें बार बार, एक जवान लड़के गिर पे बेहोश होके चिंता हो जाती है, उन्हें बार बार पूछा, बहुत देर बाद उन्हें रोक के कहा ना घर आटा नहीं सी, ना रात रोटी खाधी, ना सवेरे। वो भज के मेरे को आ गई, सर मैनू तो कुड़ी ने कहा मैं तो सुन होगी, मैं कहा हुण तू मैनू करता, मैं सारे कॉलेज के बच्चों लिए पंजाब च इक्को कॉलेज है, फ्री लंगर दोपहर वेले शुरू करता। एजुकेशन के बिना तुसी भविख किवें सिरज सकते हो, मुੱਢ इथों तुरदा है। साडी भविख की लोड़ है, साडे बच्चे वैल एजुकेटेड होण, क्वालिटी एजुकेशन उन्होंने पल्ले होवे, कंपीटीशन च मोहरी रहण, ये पैदा करने की लोड़ है किसी नूं चिंता? तो क्वालिटी एजुकेशन का पट्ठा बिठाता प्राइवेटाइजेशन ने, और पॉलिटिशियन बरी हो गया।
यूनिवर्सिटी वाले तो किते फंड भी ले लेंदा हो, माल जो चंगा बनता है। यही नहीं, तुहाडे पल्ले क्वालिटी एजुकेशन ही, हैल्थ सर्विस का की हाल है। प्राइवेट हस्पताल खुल गए, आयुष्मान भारत पता नहीं की स्कीम है। मेरे शहर च 2 ऐसे हस्पताल ने जिहड़े आप डॉक्टर क्वालीफाइड नहीं है, जाली सर्टिफिकेटां नाल हस्पताल खोली बैठे ने। आयुष्मान भारत के हस्पताल चलता है, की ट्रीटमेंट दिंदे होणगे जी। वो सेहत का यह हाल है, खेती का हाल। असीं सारे सवेर ते शाम से सारी दिहाड़ी यही रोना रोने, खेती का हाल बुरा है। खेती का हाल नहीं, रोज़गार का हाल बुरा है। रोज़गार खेती, क्योंकि खेती प्रधान सूबा है, तो खेती तो गल तुरदी तुरदी बिजनेस ते आ जाती है, इंडस्ट्री ते आ जाती है। ये जिहड़ा चलन चल पिया ना, सारा कुछ प्राइवेटाइज करन दा, ये देश लई अशुभ शगन है। अशुभ शगन है ये। जे देश नूं बचाउणा तो सानूं इहदा विरोध करना पेगा। साडे किसी चीज़ की कमी नहीं। मैं एक दिन किसी सज्जन नाल बैठा सी, मैं कहा तमिलनाडु वालियां ने शराब के ठेके ते कॉरपोरेशन बनाती। उन्होंने 2500 करोड़ की सालाना आमदन सी कॉरपोरेशन बनने तो पहला, बाद 25,000 करोड़ हो गई। असी 6 गुणा शराब पंजाब में कंजम्पशन होंदी है तमिलनाडु नालों। साडी 6,000 करोड़ है आमदन सरकारी खजाने जाती, साडी नहीं 60,000 हो सकती। वो जी 50-54,000 करोड़ बचू, और बेहतरी तो नहीं लग सकता, एजुकेशन तो नहीं खर्च हो सकता, हैल्थ सर्विस तो नहीं खर्च हो सकता। माइनिंग च किसी की कोई लागत नहीं, कुदरत का बख्शिया होया खजाना है। असी 30-40,000 करोड़ रुपया इतों कढ़ सकते हैं, अपनी स्टेट को डिवेलप कर सकते हैं। इन्होंने एको तरीका आ गया भी इन्होंने जिहड़े रिसोर्सिस ने कुदरत ने बख्शे, इन्हों खा जाओ। ये साडे घरां च आवे, लोकां ते ना लगे, तो कर्जा ले लेके डिवेलपमेंट दिखाई जाओ। वोटां लेनी है, उदों छिट्टा दे दो, आप लो जी फलाने पिंड नूं इन्नी ग्रांट देती, फलाने नूं इन्नी ग्रांट देती, या एक छोटा जिहा लालच दे दो किसी नूं, लो जी इस फलाने तबके नूं आ देता, तो मुड़ के जाके उहदे सारे वोटां ले लो, फिर मुड़ के उसी तरह लुट्टी जाओ। सिस्टम तो यह हो गया। लोगों को समझना पेगा। जे तुसी जिन्होंने रंगला पंजाब कहते सी, असीं किसी वेले नंबर 1 स्टेट सी जिहड़ी किसी वेले इनू नंबर 1 ते लियाउण वास्ते तुहानूं ईमानदार लोगों के नुमाइंदे चुनने पैणगे। ये तो बिना गुजारा नहीं होना। चोणां आ गईयां, जे तुसी किस दा घर पट के 5 करोड़ रुपया खर्च करवा के उन्होंने फिर MLA बनाना है, फिर वो 10 करोड़ कमाओ। तुसी भी तो कसर नहीं रखी, वह 5 करोड़ खर्च करवा दिता। मैनू पिछले महीने कोई सज्जन मिलिया, वो हाले किसी पार्टी च गया नहीं, मैनू कहना प्रधान जी मैं तो 10 करोड़ रुपया कढ़िया पिया, अड नोट बिछा दूँ। मैं तो उत्तों उठ के आ गया, सोची पै गया भी ये 10 करोड़ खर्चण वाले तो वध वाले भी होणगे, फिर तो नोटां नाल वोटां आउंदियां तां ही है। फिर भला आदमी जिन्हें सेवा करनी है वो क्यों आऊगा इस काम च। मैं अपने नौजवान बच्चों ये सदा देना, विरोध करो तो यह लोगों का। ईमानदार बंदे लभ लो तो हो जू। एक बारी ठीक है, स्टेबल नहीं बनूगी सरकार, दूजी बारी बन जू। कोई किते तो खड़ना पऊ। जे तो स्टेट बचाउणी है, जे देश बचाउणा है, तो इन्हां MP'आं और MLA'आं दे उत्ते तुहानूं तावा बोलना पऊ। इहदे बिना पॉलिसीज़ नहीं ठीक होणीआं, इहदे बिना कानून ठीक नहीं बनने, इहदे बिना देश की विक्री बंद नहीं होनी। हुण तुसीं मैनूं दसो, पिछले दिनी कोले की शॉर्टेज हो गई, क्यों हुई जी? कोल माइनस अडानी दियां उन्हें प्रोडक्शन बंद कर दी अपने आप। ड्रामा जिहा करके कोले की सप्लाई बंद कर दी। असल में कोल सैक्टर ते हुण कब्जा करना चाहुंदा है। इहदे पिछे कोल सैक्टर ते कब्जे की भावना है। यही अडानी नूं दे दिओ रेलवेज, अडानी नूं दे दिओ हवाई अड्डे, अडानी नूं दे दिओ कोल सैक्टर देता, एक सैक्टर उन्होंने दे दो, एक देता उन्होंने तेल का सैक्टर दे दो अंबानी नूं। डिफेंस सैक्टर लै दसो, कदे प्यो दादे ने बंदूक फड़ी नहीं होनी, उन्होंने सारे हथियार बनाने के कारखाने उहदे हवाले।
ਸਾਡੀ ਫੌਜ ਵਾਸਤੇ ਹਥਿਆਰ ਬਣਾਉਣ ਦੇ ਸਾਰੇ ਕਾਰਖਾਨੇ ਉਹ ਅੰਬਾਨੀਆਂ ਦੇ ਹਵਾਲੇ। ਤੇ ਇਹੋ ਜਿਹੇ ਲੋਕ ਜਿਹੜੇ ਵਪਾਰੀ ਨੇ, ਦੇਸ਼ ਵਿੱਚ ਵਪਾਰੀਆਂ ਦੇ ਹੱਥ ਸਰਕਾਰ ਆ ਗਈ, ਲੁਟੇਰਿਆਂ ਦੇ ਹੱਥ ਸਰਕਾਰ ਆ ਗਈ, ਔਰ ਕਿਸੇ ਮੰਤਰੀ ਦੀ ਹਿੰਮਤ ਨਹੀਂ ਮੋਦੀ ਤੇ ਅਮਿਤ ਸ਼ਾਹ ਨੂੰ ਰੋਕ ਸਕਣ। ਦੋਹਾਂ ਦੇ ਹੱਥ 'ਚ ਤਾਕਤ ਐ ਘੁਮਾਉਂਦੇ ਨੇ ਸਾਰਿਆਂ ਨੂੰ, ਸਾਰੇ ਜੀ ਸਾਰੇ ਤੋਂ ਬਿਨਾਂ ਕੋਈ ਸਲੂਟ ਮਾਰਨ ਤੋਂ ਸਿਵਾ ਕਿਸੇ 'ਚ ਤਾਕਤ ਹੈ ਨਹੀਂ, ਕਿਉਂਕਿ ਸਾਰਿਆਂ ਨੇ ਚੋਰੀਆਂ ਕੀਤੀਆਂ ਹੋਈਆਂ, ਡਾਕੇ ਮਾਰੇ ਹੋਏ ਨੇ। ਉਹ ਫਿਰ ਜਿਹਦਾ ਜੀ ਕਿਤੇ ਈਡੀ, ਜਦੋਂ ਈਡੀ ਆ ਜਾਂਦੀ ਹੈ, ਦੋ ਸ਼ਬਦ ਨੇ ਉਹ ਬਸ ਕਰਾ ਦਿੰਦੇ ਨੇ। ਸੋ ਦੇਸ਼ ਨੂੰ ਲੋੜ ਹੈ, ਜੇ ਭਵਿੱਖ ਨੂੰ ਬਚਾਉਣਾ ਹੈ ਇਸ ਦੇਸ਼ ਦੇ ਨੂੰ, ਸਾਡਾ ਭਵਿੱਖ ਆ ਬੱਚੇ ਨੇ, ਇਹਨਾਂ ਨੂੰ ਅਨਐਮਪਲੋਇਮੈਂਟ ਦੇ ਚੱਕਰ 'ਚੋਂ ਬਾਹਰ ਕੱਢਣਾ ਹੈ। ਤਾਂ ਮੈਨੂੰ ਇੱਕ ਸਮਝਾਇਓ, ਤੁਸੀਂ ਰੋਜ਼ ਇੱਥੇ ਰਿਸਰਚਰਸ ਬੈਠੇ ਨੇ, ਲੱਖਾਂ ਕਰੋੜ ਰੁਪਇਆ ਹਰ ਸਾਲ NPA ਕਹਿ ਕੇ ਮਾਫ ਹੁੰਦਾ ਹੈ ਕਾਰਪੋਰੇਟ ਹਾਊਸਿਸ ਦਾ, ਹੋਰ ਜਿਹੜੇ ਬੈਨੀਫਿਟ ਦਿੰਦੇ ਨੇ ਉਹਨਾਂ ਨੂੰ ਰੇਟ ਆਫ ਇੰਟਰਸਟ ਘੱਟ ਹੁੰਦਾ ਹੈ, ਇਹੋ ਜਿਹਾ ਕਈ ਕੁਝ ਹੋਰ ਹੁੰਦਾ ਹੈ। ਤੇ ਜੇ ਐਜੂਕੇਸ਼ਨ ਤੇ ਖਰਚ ਕਰ ਦਿਓ, ਉਦੋਂ ਤਾਂ ਅੱਧੇ ਪੈਸੇ ਖਰਚ ਕਰ ਦਿਓ, ਸਾਰੇ ਦੇਸ਼ ਦੀ ਕਾਇਆ ਕਲਪ ਹੋ ਜਾਏਗੀ। ਤਾਂ ਸਭ ਤੋਂ ਪਹਿਲਾਂ ਮੁੱਢ ਮਨੁੱਖ ਨੇ, ਜਦੋਂ ਵਧੀਆ ਮਨੁੱਖ ਬਣਨਾ, ਮਾਪਿਆਂ ਨੇ ਬੱਚਾ ਪੈਦਾ ਕੀਤਾ, ਉਹਨੂੰ ਖੁਰਾਕ ਦਿੱਤੀ, ਇੱਕ ਸਟੇਜ ਆ ਗਈ, ਉਹਦੇ ਬਾਅਦ ਉਹਨੂੰ ਵਧੀਆ ਮਨੁੱਖ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਉਹਦੇ ਵਿੱਚ ਸਮਾਜ ਦਾ ਆਪਣਾ ਇੱਕ ਯੋਗਦਾਨ ਹੈ। ਉਹਨੂੰ ਵਧੀਆ ਮਨੁੱਖ ਬਣਾਉਣਾ ਹੈ ਤਾਂ ਐਜੂਕੇਸ਼ਨ ਤੇ ਖਰਚ ਕਰਨਾ ਪਏਗਾ, ਹੈਲਥ ਤੇ ਖਰਚ ਕਰਨਾ ਪਏਗਾ। ਜੇ ਸਮਾਜ ਵਧੀਆ ਬਣਾਉਣਾ ਹੈ ਤਾਂ ਐਮਪਲੋਇਮੈਂਟ ਦਾ ਪ੍ਰਬੰਧ ਅਗੇਤਾ ਕਰਨਾ ਪਏਗਾ। ਉਹਦੇ ਵਿੱਚ ਐਸਾ ਜੋ ਬੱਚੇ ਦੇ ਅੰਦਰ ਟੈਲੈਂਟ ਆ, ਉਹਦੇ ਹਿਸਾਬ ਉਸ ਬੱਚੇ ਨੂੰ ਵੱਡਾ ਕਰਕੇ ਉਹਦੇ ਵਾਲੀ ਲਾਈਨ ਅਡਾਪਟ ਕਰਾਉਣੀ ਪਏਗੀ। ਤੇ ਅੱਜ ਬਦਕਿਸਮਤੀ ਇਹ ਹੈ ਵੀ ਅਸੀਂ ਅਮਰੀਕਾ ਵੱਲ ਦੇਖ ਕੇ ਬਹੁਤੇ ਫੈਸਲੇ ਲੈਂਦੇ ਹਾਂ। ਅਮਰੀਕਾ ਜਿੱਥੋਂ ਕਾਰਪੋਰੇਟ ਹਾਊਸਿਸ ਦੀਆਂ ਸਾਰੀਆਂ, ਹੁਣ ਇੱਥੇ ਆਪਾਂ ਦਵਿੰਦਰ ਸ਼ਰਮੇ ਉਹਨਾਂ ਨੂੰ ਸੁਣਦੇ ਸੀ, ਗਿੱਲ ਸਾਹਿਬ ਨੂੰ ਸੁਣਦੇ ਸੀ, ਪਰ ਖਚੇ ਉਧੇੜੀ ਜਾਂਦੇ ਸੀ ਉਹਨਾਂ ਦੇ, ਸਾਰੇ ਉਹਨਾਂ ਦੇ ਮਾਡਲ ਫੇਲ ਹੋ ਗਏ। ਤੇ ਇਹਨਾਂ ਨੂੰ ਕੀ ਹੋਇਆ ਜੀ, ਉਹਨਾਂ ਦੀ ਨਕਲ ਕਰਨੋਂ ਹਟਣਾ ਹੀ ਨਹੀਂ। ਇੱਥੋਂ ਨਵਾਂ ਮਾਡਲ ਆਪ ਕੋਈ ਪੇਸ਼ ਕਰਨ ਤਾਂ ਦੁਨੀਆ ਲਈ ਨਵਾਂ ਮਾਡਲ ਪੇਸ਼ ਕਰ ਸਕਦਾ ਇਹ ਦੇਸ਼। ਮੈਂ ਇੱਕ ਬੇਨਤੀ ਕਰਕੇ ਸਮਾਪਤ ਕਰਾਂਗਾ। ਮੈਂ ਪਹਿਲੀ ਵਾਰੀ ਜਦੋਂ ਵਿਦੇਸ਼ ਗਿਆ ਤਾਂ ਮੈਂ ਆਇਆ ਵਾਪਸ, ਮੇਰੇ ਇੱਕ ਸਾਥੀ ਦਾ ਬੇਟਾ ਇਮੀਗ੍ਰੇਸ਼ਨ 'ਚ ਅਫਸਰ ਸੀ, ਉੱਥੇ ਦਿੱਲੀ ਏਅਰਪੋਰਟ 'ਤੇ ਬੈਠਾ ਸੀ। ਲਾਈਨ 'ਚ ਆ ਕੇ ਮੈਂ ਪਾਸਪੋਰਟ ਉਹਦੇ ਅੱਗੇ ਰੱਖਿਆ ਵੀ ਮੋਹਰ ਲਾ ਦੇ। ਉਹਨੇ ਦੇਖਿਆ, ਅੰਕਲ ਆ ਗਏ? ਮੈਂ ਕਿਹਾ ਹਾਂ ਆ ਗਿਆ। ਕੀ ਦੇਖ ਕੇ ਆਏ ਹੋ? ਮੈਂ ਕਿਹਾ ਤੂੰ ਮੋਹਰ ਲਾ, ਆਪਾਂ ਸ਼ਾਮ ਨੂੰ ਘਰ ਬੈਠਾਂਗੇ 2 ਦਿਨ ਬਾਅਦ, ਫਿਰ ਤੈਨੂੰ ਦੱਸੂਗਾ। ਨਹੀਂ ਕਹਿੰਦਾ ਹੁਣੇ ਦੱਸੋ, ਨਹੀਂ ਮੈਂ ਸਾਰੀਆਂ ਲਾਈਨਾਂ ਰੋਕ ਦੇਣਾ। ਸੀਨੀਅਰ ਅਫਸਰ ਸੀ, ਸੁੱਝੇ ਨਾ। ਮੈਂ ਉਹਨੂੰ ਕਿਹਾ ਪੁੱਤਰਾ ਇੱਕੋ ਗੱਲ ਦੇਖੀ ਬਈ, ਜਿਨ੍ਹਾਂ ਨੂੰ ਅਸੀਂ ਵਿਕਸਿਤ ਦੇਸ਼ ਕਹਿੰਦੇ ਹਾਂ, ਉੱਥੇ ਨੇਚਰ ਨੇ ਨਹੀਂ ਉਹਨਾਂ ਨੂੰ ਇੰਨਾ ਕੁਛ ਦਿੱਤਾ, ਜਿੰਨੀ ਵਧੀਆ ਲੀਡਰਸ਼ਿਪ ਦੇਤੀ ਉਹਨਾਂ ਨੇ ਸਭ ਕੁਝ ਪੈਦਾ ਕਰ ਲਿਆ। ਸਾਨੂੰ ਨੇਚਰ ਨੇ ਸਭ ਕੁਝ ਦੇ ਦਿੱਤਾ, ਅਸੀਂ ਮਾੜੀ ਲੀਡਰਸ਼ਿਪ ਨਾਲ ਸਭ ਕੁਝ ਗਵਾ ਲਿਆ। ਇਸ ਦੇਸ਼ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਉੱਥੇ ਪਿਆਜ਼ ਐਡਾ ਵੱਡਾ ਮਿਲ ਸਕਦਾ ਹੈ, ਗੋਭੀ ਦਾ ਫੁੱਲ ਐਡਾ ਮਿਲ ਸਕਦਾ ਹੈ, ਕੋਈ ਟੇਸਟ ਨਹੀਂ। ਜਿੰਨੇ ਸਨ ਡੇਜ਼ ਤੁਹਾਡੇ ਕੋਲ ਨੇ ਉਹਨਾਂ ਕੋਲ ਨਹੀਂ। ਉਹ ਤਾਂ ਧੁੱਪ ਦੇਖ ਕੇ ਸਮੁੰਦਰ ਦੇ ਕੰਢੇ ਲਿਟਦੇ ਨੇ। ਤੇ ਤੁਹਾਡੀ ਹਰ ਸਬਜ਼ੀ ਦਾ, ਹਰ ਖਾਣ ਵਾਲੀ ਚੀਜ਼ ਦਾ ਟੇਸਟ ਵੱਖਰਾ ਹੈ। ਅੱਖਾਂ 'ਚੋਂ ਪਾਣੀ ਕੱਢ ਦਿੰਦਾ ਪਿਆਜ਼ ਤੁਹਾਡਾ ਛੋਟਾ ਜਿਹਾ ਹੁੰਦਾ ਹੈ, ਉਹਨਾਂ ਦਾ ਨਹੀਂ ਇੱਦਾਂ ਕਰਦਾ। ਇੰਨੇ ਵਧੀਆ ਦੇਸ਼ ਨੂੰ ਤੁਸੀਂ ਗਹਿਣੇ ਪਾਉਣ ਵਾਲੇ ਪਾਸੇ ਤੁਰ ਪਏ, ਤੇ ਅਸੀਂ ਤਾਂ ਲੱਗੇ ਹਾਂ ਭਰਾਵੋ। ਉਗਰਾਹਾਂ ਸਾਹਿਬ ਕਹਿ ਗਏ ਸਾਡੀ ਤਾਂ ਲੜਾਈ ਹੈ, ਅਸੀਂ ਤਾਂ ਸਾਰੀ ਉਮਰ ਲੜਾਈ 'ਚ ਲਾਤੀ, ਅਸੀਂ ਤਾਂ ਲੱਗੇ ਹਾਂ। ਤੇ ਬਾਕੀ ਜਿਹੜੇ ਇੱਥੇ ਬੈਠੇ ਨੇ, ਇਹ ਆ ਗੱਲਾਂ ਕਰਕੇ ਸਾਰ ਦਿੰਦੇ ਨੇ, ਉਹਨਾਂ ਨੇ ਨਹੀਂ ਕੁਝ ਕਰਨਾ, ਉਹਨਾਂ ਦੀ ਨਹੀਂ ਕੋਈ ਡਿਊਟੀ। ਸਾਡੇ ਆ ਵਿਦਿਆਰਥੀ, ਮੈਨੂੰ ਖੁਸ਼ੀ ਹੋਈ ਜਦੋਂ ਆਏ ਉੱਥੇ ਬਾਹਰ ਸਾਡੇ ਹੱਕ 'ਚ ਨਾਅਰੇ ਲਾਉਂਦੇ ਸੀ। ਮੈਂ ਧੰਨਵਾਦੀ ਹਾਂ ਉਹਨਾਂ ਦਾ। ਉਹਨਾਂ ਨੂੰ ਸਮਝ ਆਈ ਵੀ ਇਹ ਸਾਡੀ ਲੜਾਈ ਹੈ, ਤਾਂ ਉਹ ਸਾਡੇ ਹੱਕ 'ਚ ਨਾਅਰੇ ਲਾਉਂਦੇ ਸੀ। ਸਮਾਂ ਆ ਗਿਆ, ਲੋਕਾਂ ਨੂੰ ਸਮਝਣਾ ਪਏਗਾ। 3 ਕਾਨੂੰਨਾਂ ਦੀ ਲੜਾਈ ਖਤਮ ਹੋ ਜਾਏਗੀ। ਕੁਝ ਲੋਕ ਐਵੇਂ ਇੱਧਰੋਂ ਉੱਧਰੋਂ ਲੱਤਾਂ ਬਾਹਾਂ ਫਸਾਉਂਦੇ ਨੇ, ਅਦਰਵਾਈਜ਼ ਇਹ ਫੈਸਲਾ ਹੋ ਜਾਏਗਾ। ਹੁਣ ਢਾਹ ਲਏ ਨੇ ਅਸੀਂ। ਉਹਨਾਂ ਦੀ ਇਹ ਵੀ ਲੰਬਾ ਕਰੇ ਤੇ ਥੱਕ ਜਾਣਗੇ, ਉਹ ਵੀ ਉਹਨਾਂ ਦੀ ਗੱਲ ਫੇਰ ਸਾਬਤ ਹੋ ਗਈ।
ਉਹਨਾਂ ਨੂੰ ਪਤਾ ਲੱਗ ਗਿਆ ਵੀ ਦਮ ਬਹੁਤ ਹੈ ਲੋਕਾਂ ਵਿੱਚ। ਸਾਡੇ ਨਾਲ ਜਿਹੜੇ ਵਿਦੇਸ਼ਾਂ 'ਚ ਬੈਠਾ ਸਾਡਾ ਭਾਈਚਾਰਾ ਹੈ, ਜਿਹੜੀ ਸਾਡੀ ਆਪਸੀ ਸਾਂਝ ਹੈ, ਇਹਦਾ ਕੋਈ ਮੁਕਾਬਲਾ ਨਹੀਂ ਦੁਨੀਆ ਵਿੱਚ। ਤੇ ਅੱਜ ਜਿੰਨਾ ਕੁਝ ਉੱਥੇ ਹੋ ਰਿਹਾ ਹੈ, ਜੇ ਸਾਰਾ ਸਮਾਜ ਉਹਦੇ ਵਿੱਚ ਇਨਵੋਲਵ ਨਹੀਂ ਤਾਂ ਕਿਉਂ ਹੋ ਰਿਹਾ? ਸਾਨੂੰ ਪਤਾ ਵੀ ਨਹੀਂ ਲੱਗਦਾ ਕਿੱਥੋਂ ਆਟਾ ਆ ਜਾਂਦਾ ਹੈ, ਕਣਕ ਆ ਜਾਂਦੀ ਹੈ, ਕਿੱਥੋਂ ਸਬਜ਼ੀ ਆ ਜਾਂਦੀ ਹੈ, ਕਿੱਥੋਂ ਦੁੱਧ ਆਉਂਦਾ ਹੈ। ਉਹ ਤੁਸੀਂ ਉੱਥੇ ਏਸੀ ਤਾਂ ਲਵਾਤੇ ਸਾਨੂੰ, ਹੋਰ ਕੀ ਕਰੋਗੇ? ਏਸੀ ਲੱਗੇ ਨੇ ਉੱਥੇ ਸਾਡੇ ਕੋਟਲੀਆਂ ਜਿਹੜੀਆਂ ਅਸੀਂ ਬਣਾਈਆਂ ਨੇ, ਬਣਾਉਟੀ ਘਰ ਬਣਾਏ ਨੇ। ਇਹ ਠੀਕ ਹੈ, ਧਰਤੀ 'ਤੇ ਲਿਟਣਾ ਪੈਂਦਾ, ਅੰਦੋਲਨ ਹੈ, ਸੱਤਿਆਗ੍ਰਹੀ ਹਾਂ। ਸੱਤਿਆਗ੍ਰਹੀ ਦੀ ਮੁੱਢਲੀ ਗੱਲ ਇਹ ਹੁੰਦੀ ਹੈ, ਆਪਣੇ ਸਰੀਰ 'ਤੇ ਕਸ਼ਟ ਚੱਲੋ, ਜਿਹਦੇ ਨਾਲ ਲੜਾਈ ਹੈ ਉਹਦੀ ਸੁੱਤੀ ਜ਼ਮੀਰ ਨੂੰ ਜਗਾਓ। ਸੱਤਿਆਗ੍ਰਹੀ ਹਾਂ, ਸੱਤਿਆਗ੍ਰਹਿ ਕਰ ਰਹੇ ਹਾਂ, ਪਰ ਦੂਣੇ ਚਾਹੁੰਦੇ ਹਾਂ, ਕਿਉਂਕਿ ਸਾਡਾ ਪਿੱਛਾ ਜਿਹੜਾ ਨਾ ਉਹ ਬਹੁਤ ਤਕੜਾ ਹੈ। ਸਾਡਾ ਗੁਰੂ ਸਾਹਿਬਾਨਾਂ ਨੇ ਜੋ ਸਾਨੂੰ ਬਖਸ਼ਿਸ਼ ਕੀਤਾ ਨਾ, ਉਹਦਾ ਕੋਈ ਮੁੱਲ ਨਹੀਂ। ਬਹੁਤ ਅਮੀਰ ਵਿਰਸੇ ਦੇ ਮਾਲਕ ਹਾਂ ਅਸੀਂ ਹਾਰਨ ਵਾਲੇ ਲੋਕ ਨਹੀਂ। ਅਸੀਂ ਦੁਨੀਆ ਨੂੰ ਹਮੇਸ਼ਾ ਨਵਾਂ ਰਾਹ ਦਿਖਾਇਆ। ਅੱਜ ਇਹੋ ਗੱਲ ਹੈ, ਸਾਰੀ ਦੁਨੀਆ ਤੁਹਾਡੇ ਇਸ ਅੰਦੋਲਨ ਵੱਲ ਦੇਖ ਰਹੀ ਹੈ। ਉਹ ਕਹਿੰਦੇ ਨੇ ਇਹਨਾਂ ਨੇ ਕਾਰਪੋਰੇਟਸ ਦੇ ਖਿਲਾਫ ਆਵਾਜ਼ ਉਠਾਈ ਹੈ। ਸਾਰੀ ਦੁਨੀਆ ਇਸ ਅੰਦੋਲਨ ਨੂੰ ਕਿਸਾਨ ਅੰਦੋਲਨ ਕਰਕੇ ਨਹੀਂ ਕਹਿੰਦੀ, ਸਾਰੀ ਦੁਨੀਆ ਕਹਿੰਦੀ ਹੈ ਕਾਰਪੋਰੇਟਸ ਦੇ ਖਿਲਾਫ ਜੇ ਕਿਸੇ ਨੇ ਆਵਾਜ਼ ਉਠਾਈ ਹੈ ਤਾਂ ਪੰਜਾਬ ਦੇ ਕਿਸਾਨਾਂ ਨੇ ਮੁੱਢ ਬੰਨਿਆ ਤੇ ਪੰਜਾਬੀਆਂ ਦਾ ਸਿਰ ਉੱਚਾ ਹੋਇਆ ਇਸ ਅੰਦੋਲਨ ਨਾਲ। ਤਾਂ ਮੇਰੀ ਜਿਹੜਾ ਤੁਸੀਂ ਇਹ ਕੰਕਲੂਡ ਕਰੋਗੇ, ਉਹਦੇ ਵਿੱਚ ਮੇਰੀ ਇਹ ਬੇਨਤੀ ਜ਼ਰੂਰ ਜ਼ਿਕਰ ਕਰਿਓ ਵੀ ਭਵਿੱਖ ਲਈ ਇਸ ਦੇਸ਼ ਨੂੰ ਜਿੱਥੇ ਆਰਥਿਕ ਤੌਰ 'ਤੇ ਮਜ਼ਬੂਤ ਹੋਣ ਵਾਸਤੇ ਲੜਨਾ ਪਏਗਾ, ਹਰ ਇੱਕ ਨੂੰ, ਹਰ ਪਰਿਵਾਰ ਨੂੰ ਰੁਜ਼ਗਾਰ ਉਹਦੇ ਲਈ ਲੜਨਾ ਪਏਗਾ। ਉੱਥੇ ਐਜੂਕੇਸ਼ਨ, ਹੈਲਥ, ਐਗਰੀਕਲਚਰ, ਜਿਹੜੇ 3 ਬੇਸਿਕ ਗੱਲਾਂ ਨੇ, ਇਹਨਾਂ ਨੂੰ ਮਜ਼ਬੂਤ ਕਰਨ ਵਾਸਤੇ ਸਾਨੂੰ ਲੜਨਾ ਪਏਗਾ। ਇਹਨਾਂ ਨੂੰ ਮਜ਼ਬੂਤ ਕਰਨ ਵਾਸਤੇ ਸਾਨੂੰ ਆਪਣਾ ਯੋਗਦਾਨ ਪਾਉਣਾ ਪਏਗਾ, ਫਿਰ ਹੀ ਅਸੀਂ ਕਾਮਯਾਬ ਹੋ ਸਕਾਂਗੇ। ਬਹੁਤ ਬਹੁਤ ਧੰਨਵਾਦ।